ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਖਾਸ ਸ਼ਖਸੀਅਤ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਡਾਕਟਰ ਪਿਆਰੇ ਲਾਲ ਗਰਗ। ਗਰਗ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਲੋਕ ਰਾਣਾ ਤੇ। ਸ਼ੁਕਰੀਆ ਜੀ, ਬਹੁਤ-ਬਹੁਤ। ਗਰਗ ਸਾਹਿਬ, ਪੰਜਾਬ ਦਾ ਕਿਸਾਨ ਅੱਜ ਰੁਲਣ ਦੇ ਲਈ ਮਜਬੂਰ ਹੈ। 1947 ਤੋਂ ਬਾਅਦ ਜੋ ਕਿਸਾਨੀ ਦੀ ਦੁਰਦਸ਼ਾ ਹੋਈ, ਭਾਵੇਂ 47 ਦੇ ਵਿੱਚ ਵੀ ਕੋਈ ਹਾਲਾਤ ਠੀਕ ਨਹੀਂ ਸੀ, ਪਰ ਜਦੋਂ ਹਰੀ ਕ੍ਰਾਂਤੀ ਆਈ, ਖੇਤੀ ਦੀ ਨਵੀਂ ਨੀਤੀਆਂ ਆਈਆਂ, ਉਸ ਤੋਂ ਬਾਅਦ ਕਰਜ਼ੇ ਦੀ ਪੰਡ ਕਿਸਾਨ ਦੇ ਸਿਰ ਤੇ ਲੱਦੀ ਗਈ। ਕਿਸਾਨ ਨੇ ਜ਼ਹਿਰਾਂ ਫਸਲ 'ਚ ਨਹੀਂ ਪਾਈਆਂ, ਆਪਣੇ ਪਿੰਡ 'ਚ ਵੀ ਪਾਈਆਂ, ਪਰ ਦੇਸ਼ ਨੂੰ ਆਬਾਦ ਕੀਤਾ। ਦੇਸ਼ ਦੀ ਇਕੋਨਮੀ ਦੇ ਵਿੱਚ ਬੜਾ ਵੱਡਾ ਇੱਕ ਅਹਿਮ ਰੋਲ ਹੈ ਕਿਸਾਨੀ ਦਾ। ਉਹੀ ਕਿਸਾਨੀ ਜੋ ਅੱਜ ਸੜਕਾਂ 'ਤੇ ਰੁਲਣ ਦੇ ਲਈ ਮਜਬੂਰ ਹੈ। ਭਾਵੇਂ ਤੁਸੀਂ ਪੰਜਾਬ ਦੀ ਗੱਲ ਕਰ ਲਓ, ਅੱਧੀ ਤੋਂ ਵੱਧ ਫਸਲ ਅਜੇ ਖੇਤਾਂ ਦੇ ਵਿੱਚ ਖੜੀ ਹੈ, ਝੋਨੇ ਦੀ ਫਸਲ, ਪਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 292 ਜੋ ਮੰਡੀਆਂ ਨੇ, ਮੰਡੀ ਰਾਜ ਬੋਰਡ ਦਾ ਫੈਸਲਾ ਹੈ, ਪੰਜਾਬ ਮੰਡੀ ਰਾਜ ਬੋਰਡ ਦਾ, ਕਿ 292 ਜੋ ਖਰੀਦ ਮੰਡੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਕਿਉਂਕਿ ਹੁਣ ਫਸਲ ਘੱਟ ਆ ਰਹੀ ਹੈ ਝੋਨੇ ਦੀ, ਹਾਲਾਂਕਿ ਖੇਤਾਂ ਦੇ ਵਿੱਚ ਹਾਲੇ ਫਸਲ ਖੜੀ ਏ। ਉਸ ਤੋਂ ਬਾਅਦ ਕਿਸਾਨੀ ਅੰਦੋਲਨ, ਮੈਂ ਅੱਜ ਵੀ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ, ਬੇਬੇ ਮਹਿੰਦਰ ਕੌਰ, ਉਮਰ 70 ਸਾਲ ਸੀ, ਕਿਸਾਨੀ ਅੰਦੋਲਨ ਟਿੱਕਰੀ ਬਾਰਡਰ ਤੋਂ ਵਾਪਸ ਆਏ ਤੇ ਜਾਨ ਚਲੀ ਗਈ। ਯਾਨੀ ਕਿ ਇੱਕ ਜਾਨ ਇਹਨਾਂ ਕਾਨੂੰਨਾਂ ਦੇ ਲੇਖੇ ਹੋਰ ਲੱਗ ਗਈ। ਤੇ ਬੀਜੇਪੀ ਸਰਕਾਰ ਰਵੱਈਆ ਅੜੀਅਲ ਹੈ, ਵਤੀਰਾ ਜਿੱਦੀ ਹੈ, ਪਰ ਇਸ ਜਿੱਦੀ ਵਤੀਰੇ ਨੂੰ, ਅੜੀਅਲ ਰਵੱਈਏ ਨੂੰ ਕਿਸਾਨਾਂ ਨੇ ਨੱਥ ਜ਼ਰੂਰ ਪਾਈ ਹੈ। ਜੋ ਸਰਕਾਰ ਦੀਆਂ ਨਵੀਆਂ ਆਰਥਿਕ ਪਾਲਿਸੀਆਂ ਸੀ, ਨਵੀਂ ਸੋਸ਼ਲ ਪਾਲਿਸੀਆਂ ਸੀ, ਉਹ ਉੱਥੇ ਹੀ ਰੋਕੀਆਂ ਹੋਈਆਂ ਨੇ ਕਿਸਾਨ ਅੰਦੋਲਨ ਨੇ। ਕਿਸਾਨ ਅੰਦੋਲਨ ਜੋ ਪੰਜਾਬ ਤੋਂ ਚੱਲਿਆ ਸੀ, ਅੱਜ ਲੀਡ ਪੰਜਾਬ ਲੈ ਰਿਹਾ। ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ ਬਣ ਚੁੱਕਿਆ। ਹਰ ਤਰ੍ਹਾਂ ਦੇ ਵਰਗ ਦੀ ਡਾਕਟਰ ਸਾਹਿਬ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਹੈ, ਪਰ ਕਿਸਾਨ ਰੁਲਣ ਦੇ ਲਈ ਮਜਬੂਰ ਹੈ ਉਹਨਾਂ ਸਰਕਾਰਾਂ ਦੇ ਰਾਜ ਦੇ ਵਿੱਚ ਜੋ ਸਰਕਾਰਾਂ ਕਿਸਾਨਾਂ ਨੇ ਹੀ ਚੁਣੀਆਂ ਨੇ। ਜੀ ਡਾਕਟਰ ਸਾਹਿਬ। ਦੇਖੋ ਭੰਗੂ ਸਾਹਿਬ, ਗੱਲ ਸਹੀ ਕਹੀ ਹੈ ਤੁਸੀਂ। ਜਿਹੜੇ ਸਾਰ ਦਿੱਤਾ ਹੈ ਕਿ ਅਸੀਂ ਜਿਹੜੀ ਕਿਸਾਨੀ ਦਾ ਸੰਕਟ ਹੈ, ਬਲਕਿ ਪੰਜਾਬ ਦਾ ਸੰਕਟ ਹੈ, ਮੈਂ ਕਹਾਂਗਾ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਹੈ, ਵਾਤਾਵਰਨ ਦਾ ਸੰਕਟ ਹੈ, ਜ਼ਮੀਨ ਖਰਾਬ ਹੋ ਗਈ ਹੈ, ਸਾਡੀਆਂ ਸਿਹਤਾਂ ਖਰਾਬ ਹੋ ਗਈਆਂ ਨੇ, ਸਾਡੇ ਪਸ਼ੂ ਜਿਹੜੇ ਨੇ ਉਹਨਾਂ ਦੀ ਵੀ ਸਿਹਤ ਖਰਾਬ ਹੋ ਗਈ ਹੈ, ਸਾਡਾ ਦੁੱਧ ਵੀ ਖਰਾਬ ਹੈ, ਸਬਜ਼ੀਆਂ ਵੀ ਖਰਾਬ ਹੋ ਰਹੀਆਂ ਨੇ, ਕੈਮੀਕਲ ਬਹੁਤ ਜ਼ਿਆਦਾ ਨੇ ਉਹਦੇ 'ਚ। ਇਹ ਤਾਂ ਕਹਿੰਦੇ ਨੇ ਬਾਹਰ ਵੇਚਾਂਗੇ, ਬਾਹਰ ਵਿਕਣ ਵਾਲੀ ਤਾਂ ਉਹ ਗੱਲ ਸ਼ਾਇਦ ਸਾਡੇ 'ਤੇ ਬਹਾਨਾ ਲਾ ਦੇਣਗੇ ਵੀ ਇਹ ਤਾਂ ਕੈਮੀਕਲ ਹੀ ਜ਼ਿਆਦਾ ਹੈ। ਸੋ ਇਹ ਸਾਰਾ ਕੁਝ ਹੋਇਆ ਇਸ ਕਰਕੇ ਹੈ ਕਿ ਅਸੀਂ ਕੁਦਰਤ ਨਾਲੋਂ ਨਾਤਾ ਤੋੜ ਕੇ ਸਾਨੂੰ ਮਜਬੂਰ ਕੀਤਾ ਗਿਆ, ਜਾਂ ਸਾਨੂੰ ਉਤੇਜਿਤ ਕੀਤਾ ਗਿਆ ਕਿ ਤੁਸੀਂ ਬਹਾਦਰ ਹੋ, ਤੁਸੀਂ ਨਵੀਂ ਟੈਕਨੋਲੋਜੀ ਨੂੰ ਪ੍ਰਵਾਨ ਛੇਤੀ ਕਰ ਲੈਂਦੇ ਹੋ, ਛੇਤੀ ਉਹਨੂੰ ਸਮਝ ਲੈਂਦੇ ਹੋ, ਅਤੇ ਉਹਦੇ ਵਾਸਤੇ ਤੁਸੀਂ ਜੁਗਾੜ ਉਹਨੂੰ ਠੀਕ ਕਰਨ ਦਾ, ਚਲਾਉਣ ਦਾ ਵੀ ਕਰ ਲੈਂਦੇ ਹੋ। ਬਹੁਤੇ ਲੋਕ ਪਹਿਲਾਂ ਬਹੁਤ ਹੀ ਪੱਕੇ ਆਪਣੇ ਵਿਸ਼ਵਾਸਾਂ 'ਤੇ ਖੜ੍ਹੇ ਸੀ, ਅਤੇ ਦੇਸ਼ ਭੁੱਖਾ ਮਰ ਰਿਹਾ ਹੈ, ਦੇਸ਼ ਨੂੰ ਅੰਨ ਦੀ ਲੋੜ ਹੈ, ਇਸ ਕਰਕੇ ਹਰੇ ਇਨਕਲਾਬ ਦਾ ਤਜਰਬਾ ਪੰਜਾਬ ਦੇ ਵਿੱਚ ਕੀਤਾ ਗਿਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਅਤੇ ਉਹਦੇ ਵਿੱਚ ਜਿਉਂ ਹੀ ਨਵਾਂ ਪੰਜਾਬ ਬਣਿਆ, ਜਿਹਨੂੰ ਅਸੀਂ ਕਹਿੰਦੇ ਹਾਂ ਰੀਆਰਗੇਨਾਈਜੇਸ਼ਨ ਐਕਟ ਦੇ ਨਾਲ 1/11/66 ਤੋਂ ਬਾਅਦ, ਉਦੋਂ ਬਾਅਦ ਹੀ ਇਹਦੇ 'ਚ ਤਜਰਬੇ ਸ਼ੁਰੂ ਹੋ ਗਏ ਨਾਲ ਦੀ ਨਾਲ ਹੀ। ਸੋ ਉਹਦੇ ਨਾਲ ਅਸੀਂ ਜਿਹੜੇ ਸਾਡਾ ਕੁਦਰਤੀ, ਪਹਿਲਾਂ ਜ਼ਮੀਨ ਕਹਿੰਦੇ ਛੰਨਵੀਂ ਰੱਖਣੀ, ਕੁਛ ਖਾਲੀ ਰੱਖ ਲੈਂਦੇ ਸੀ ਜ਼ਮੀਨ ਤਾਂ ਕਿ ਉਹਦੀ ਤਾਕਤ ਮੁੜ ਆਵੇ, ਕੁਛ ਅਸੀਂ ਪਸ਼ੂਆਂ ਦਾ ਰੇਹ ਪਾਉਂਦੇ ਸੀ, ਖਾਦ ਉਹ ਬਨੌਟੀ ਨਹੀਂ ਪਾਉਂਦੇ ਸੀ ਅਸੀਂ, ਕੈਮੀਕਲ ਫਰਟੀਲਾਈਜ਼ਰ, ਰਸਾਇਣਿਕ ਖਾਦਾਂ ਨਹੀਂ ਪਾਉਂਦੇ ਸੀ। ਇਸੇ ਤਰ੍ਹਾਂ ਹੀ ਅਸੀਂ ਜਿਹੜਾ ਬੀਜ ਸੀ ਉਹ ਵੀ ਆਪਣਾ ਸਾਂਭ ਕੇ ਰੱਖਦੇ ਸੀ, ਕਣਕ ਦਾ, ਮੱਕੀ ਦਾ, ਕਪਾਹ ਅੱਛੇ ਵਡੇਵੇਂ, ਗੰਨੇ ਦਾ, ਉਸੇ ਨੂੰ ਕੱਟ ਕੇ ਪੂਰੀਆਂ, ਮਤਲਬ ਅਸੀਂ ਛਾਂਟ ਕੇ, ਕਿਸਾਨ ਸਾਡਾ ਜਾਣਦਾ ਸੀ ਕਿ ਮੈਂ ਕਿਵੇਂ ਬੀਜ ਆਪਣਾ ਤਿਆਰ ਕਰਨਾ। ਸੋ ਹੌਲੀ ਹੌਲੀ ਜਦ ਕਿਸਾਨ ਖੇਤੀਬਾੜੀ ਦੇ ਵਿੱਚ ਦੇ ਉੱਤੇ ਵਪਾਰਕ ਕੰਪਨੀਆਂ ਦਾ ਕਬਜ਼ਾ ਹੋਣਾ ਸ਼ੁਰੂ ਹੋਇਆ, ਤਾਂ ਉਹ ਜਿਹੜੀਆਂ ਵਪਾਰਕ ਕੰਪਨੀਆਂ ਨੇ, ਬਹੁਤ ਕੌਮੀ ਕੰਪਨੀਆਂ ਨੇ, ਬਹੁਤੀਆਂ ਮਨਸੈਂਟੋ ਵਰਗੀਆਂ ਕੰਪਨੀਆਂ ਨੇ ਬੀਜਾਂ 'ਤੇ ਵੀ ਕਬਜ਼ਾ ਕਰ ਲਿਆ, ਸਾਡਾ ਅਸਲੀ ਬੀਜ ਖਤਮ ਕਰਤਾ। ਉਹਨਾਂ ਨੇ ਖਾਦਾਂ 'ਤੇ ਵੀ ਕਬਜ਼ਾ ਕਰ ਲਿਆ, ਉਹਨਾਂ ਨੇ ਕੀਟਨਾਸ਼ਕ ਦਵਾਈਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਜਿਹੜੇ ਅਸੀਂ ਕੋਈ ਘਾਹ ਫੂਸ ਕੱਢ ਕੇ, ਵੀਡਸ ਜਿਹਨੂੰ ਕਹਿੰਦੇ ਨੇ, ਉਹ ਨਦੀਨ ਵਗੈਰਾ ਕੱਢ ਕੇ ਅਸੀਂ ਪਸ਼ੂਆਂ ਨੂੰ ਵੀ ਪਾ ਲੈਂਦੇ ਸੀ, ਜਾਂ ਉੱਥੇ ਸੁੱਕ ਕੇ ਖਾਦ ਬਣ ਜਾਂਦੇ ਸੀ, ਉਹਨਾਂ ਉੱਤੇ ਨਦੀਨ ਨਾਸ਼ਕ ਸਿੜਕ ਕੇ ਸਾਡਾ ਜਿਹੜਾ ਸੀ, ਸਾਡੀਆਂ ਸਾਰੀਆਂ ਫਸਲਾਂ ਦੇ ਵਿੱਚ ਕੁਦਰਤੀ ਜਿਹੜੀ ਉਹਨਾਂ ਦੀ ਸ਼ਕਤੀ ਸੀ ਉਹ ਖਤਮ ਕਰਤੀ। ਫਸਲ ਦੀ ਵੀ ਕੁਦਰਤੀ ਸ਼ਕਤੀ ਖਤਮ ਹੋ ਗਈ, ਬੀਜ ਵੀ ਕੁਦਰਤੀ ਸ਼ਕਤੀ ਜਿਹਨਾਂ ਤੋਂ ਪੌਦਾ ਬਣਨਾ ਸੀ ਉਹ ਵੀ ਖਤਮ ਕਰਤੇ, ਮਿੱਟੀ 'ਚ ਜਿਹੜੀ ਸ਼ਕਤੀ ਸੀ ਉਹ ਵੀ ਖਤਮ ਕਰਤੀ। ਮਿੱਟੀ ਜਿਹੜੇ ਸਾਡੇ ਮਿੱਤਰ ਕੀੜੇ ਸੀ, ਜਿਹੜੇ ਮਿੱਟੀ ਨੂੰ ਉਪਜਾਊ ਬਣਾਉਂਦੇ ਸੀ, ਜਿਹੜੇ ਨਾਈਟ੍ਰੋਜਨ ਥੱਲਿਓਂ ਹੀ ਪੈਦਾ ਕਰ ਦਿੰਦੇ ਸੀ, ਕਿਉਂਕਿ ਅਸੀਂ ਬਹੁਤ ਸਾਰੀਆਂ ਫਲੀਦਾਰ ਫਸਲਾਂ ਬੀਜਦੇ ਸੀ,
ਜਿਨ੍ਹਾਂ ਦੇ ਵਿੱਚ ਛੋਲੇ, ਮੂੰਗੀ, ਮੋਠ, ਮਾਂਹ, ਗੁਆਰਾ, ਇਹਨਾਂ ਦੇ ਵਿੱਚ ਝਿੰਜਣ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਨੁਕੜਾ, ਇਹਨਾਂ ਦੇ ਜੜ੍ਹਾਂ 'ਚ ਨਾਈਟ੍ਰੋਜਨ ਬਹੁਤ ਹੁੰਦੀ ਹੈ, ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ ਨੇ। ਸੋ ਅਸੀਂ ਉਹ ਸਾਰਾ ਕੁਝ ਖਤਮ ਕਰ ਲਿਆ। ਉਹ ਖਤਮ ਕਰਨ ਦਾ ਨਤੀਜਾ ਕੀ ਨਿਕਲਿਆ? ਉਹਦੇ ਵਿੱਚ ਇਕੱਲਾ ਇਹੀ ਨਹੀਂ ਹੋਇਆ, ਦੇਖਣ ਨੂੰ ਝਾੜ ਬਹੁਤ ਵੱਧ ਗਿਆ ਸਾਡਾ, ਤੇ ਜ਼ਮੀਨ ਵੀ ਅਸੀਂ ਸਾਰੇ ਟਿੱਬੇ ਢਾਤੇ, ਕਲਰ ਵੀ ਅਸੀਂ ਖਤਮ ਕਰਤੇ। ਅਸੀਂ ਸਾਰੀ ਜ਼ਮੀਨ ਤਕਰੀਬਨ ਹੁਣ ਵਾਹੀ ਥੱਲੇ ਲੈ ਲਈ ਹੈ, ਤੇ ਸਾਰੀ ਜ਼ਮੀਨ ਨੂੰ ਵਾਹੀ ਥੱਲੇ ਗਿਣ ਕੇ ਇਹਦੀ ਜਿਹੜੀ ਝਾੜ ਹੈ ਉਹ ਜਿੰਨਾ ਵਧਿਆ, ਉਹਨੂੰ ਗਿਣ ਕੇ ਵੀ ਅੱਜ 4 ਗੁਣਾ ਫਸਲ ਹੋ ਰਹੀ ਹੈ ਸਿਰਫ। ਤੇ ਪਰ ਜਿਹੜੇ ਸਾਡੀ ਫਸਲ ਖਰੀਦਣ ਵਾਲੇ ਨੇ, ਉਹੋ ਹੀ ਸਾਨੂੰ ਕੱਚੀਆਂ ਖਾਦਾਂ ਵੇਚਦੇ ਨੇ, ਉਹੀ ਸਾਨੂੰ ਦਵਾਈਆਂ ਵੇਚਦੇ ਨੇ, ਉਹੀ ਸਾਨੂੰ ਸੰਦ ਵੇਚਦੇ ਨੇ। ਉਹਨਾਂ ਨੇ ਆਪਣੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜਾਤੇ, ਤੇ ਸਾਡੀਆਂ ਚੀਜ਼ਾਂ ਉਹ ਸਸਤੀਆਂ ਲੈਂਦੇ ਨੇ, ਆਪਦੀ ਮਰਨ ਮਰਜ਼ੀ ਨਾਲ ਲੈਂਦੇ ਨੇ, ਉਹਦੀ ਕੁਆਲਿਟੀ ਵੀ ਆਪਦੀ ਮਨ। ਇੱਥੇ ਸਾਡੀ ਸਾਰਾ ਝੋਲ ਹੈ। ਇਹ ਝੋਲ ਜਿਹੜਾ, ਜਿੰਨਾ ਚਿਰ ਅਸੀਂ ਇਸ ਨੂੰ ਅਸਲੀ ਝੋਲ ਨੂੰ ਨਹੀਂ ਸਮਝਾਂਗੇ, ਕੋਈ ਅਰਥ ਸ਼ਾਸਤਰੀ ਕੋਈ ਨਹੀਂ ਇਹ ਤਾਂ ਐਂ ਹੁੰਦਾ ਜੀ ਫਲਾਣਾ, ਸਾਰੇ ਫਾਰਮੂਲਿਆਂ ਦੀ ਕੋਈ ਲੋੜ ਨਹੀਂ। ਸਿੱਧੀ ਗੱਲ ਇਹ ਹੈ ਕਿ ਸਾਡੀਆਂ ਚੀਜ਼ਾਂ ਜੋ ਅਸੀਂ ਉਤਪਾਦਨ ਕਰਦੇ ਹਾਂ, ਉਹਦੇ 'ਚੋਂ ਨੱਕ ਬੁੱਲ ਕੱਢਦੇ ਨੇ, ਉਹ 'ਚ ਨੁਕਸ ਕੱਢਦੇ ਨੇ। ਉਹਨੂੰ ਜਿਹੜਾ ਕੁਦਰਤੀ ਆਫਤ ਨਾਲ ਜੇ ਕੋਈ ਖਰਾਬ ਹੋ ਵੀ ਜਾਂਦਾ ਹੈ, ਉਹਨੂੰ ਖਰੀਦਣ ਨੂੰ ਤਿਆਰ ਨਹੀਂ ਹੁੰਦੇ ਮੰਡੀ 'ਚ, ਮਨ ਮਰਜ਼ੀ ਕਰਦੇ ਨੇ। ਤੇ ਜਿਹੜਾ ਆਪਦਾ ਸਮਾਨ ਹੈ ਉਹ ਸਾਨੂੰ ਮਹਿੰਗਾ ਵੇਚਦੇ ਨੇ, ਉਹਦੀ ਕੁਆਲਿਟੀ ਦੇ ਉੱਤੇ ਕੋਈ ਕੰਟਰੋਲ ਨਹੀਂ ਆ। ਬਿਜਲੀ ਆਵੇ ਨਾ ਆਵੇ, ਸਾਨੂੰ ਡੀਜ਼ਲ ਪੈਟਰੋਲ ਪੂਰਾ ਮਿਲੇ ਜਾਂ ਨਾ ਮਿਲੇ, ਜੇ ਡੀਜ਼ਲ ਮਾੜਾ ਮਿਲ ਗਿਆ, ਉਹਦੇ 'ਚ ਤੇਲ ਮਿਲਾ ਕੇ ਦੇਤਾ, ਉਹਦੀ ਕੁਆਂਟੀਟੀ ਘੱਟ ਦੇਤੀ ਪੈਟਰੋਲ ਪੰਪਾਂ ਨੇ, ਸਾਡੇ ਕੋਲ ਕੋਈ ਉਜਰ ਨਹੀਂ ਹੈ। ਇਹ ਤਾਂ ਜੀ ਮਿਣ ਕੇ ਆਉਂਦਾ, ਆ ਰੋਜ਼ ਹੀ ਆਪਾਂ ਠੱਗੀਆਂ ਦੇਖਦੇ ਹਾਂ, ਪਾਣੀ ਪਿਆ ਦੇਖਦੇ ਹਾਂ। ਸੋ ਇਸ ਕਰਕੇ ਜਿਹੜੀ ਵੀ ਚੀਜ਼ ਵੱਡੇ ਸਰਮਾਏਦਾਰ ਨੇ, ਵੱਡੇ ਕਾਰਖਾਨੇਦਾਰ ਨੇ, ਵੱਡੇ, ਹੁਣ ਤਾਂ ਕਾਰਖਾਨੇ ਦਾ ਸਰਮਾਏਦਾਰ ਛੱਡੋ, ਹੁਣ ਤਾਂ ਇਹ ਸਰਮਾਏਦਾਰ ਦਾ ਵੱਡਾ ਰੂਪ ਆ ਗਿਆ ਵੱਡੀਆਂ ਕਾਰਪੋਰੇਸ਼ਨਾਂ। ਜਿਹੜੇ ਕਾਰਪੋਰੇਟ ਨੇ ਸਾਨੂੰ ਵੇਚਣਾ ਹੈ, ਉਹ ਸਾਡੇ ਨਾਲ ਕਰਦਾ ਠੱਗੀ। ਉਹਦੇ ਵਿੱਚੋਂ ਚਾਹੇ ਸਾਤੋਂ ਆਪਦੇ ਕਹਿ ਕੇ ਫਸਲਾਂ ਬੀਜਵਾ ਲਏ, ਜਿਹਨੂੰ ਠੇਕਾ ਕਹਿ ਦਿੰਦੇ, ਵੀ ਠੇਕਾ ਕਰ ਲਓ ਸਾਡੇ ਨਾਲ, ਤੁਸੀਂ ਮਿਰਚਾਂ ਬੀਜੋਗੇ, ਟਮਾਟਰ, ਉਹਦੇ 'ਚ ਵੀ ਸਾਡੇ ਨਾਲ ਠੱਗੀ ਕਰ ਜਾਂਦਾ। ਕਦੇ ਲੈ ਲੈਂਦਾ, ਕਦੇ ਨਹੀਂ ਲੈਂਦਾ। ਜਿੱਦੇ ਸਾਡੀ ਫਸਲ ਜ਼ਿਆਦਾ ਹੁੰਦੀ ਆ, ਚੰਗੀ ਹੋ ਜਾਂਦੀ, ਉਹਦੇ ਲੈਂਦਾ ਨਹੀਂ। ਜਿੱਦੇ ਮਾੜੀ ਹੁੰਦੀ ਆ, ਉਹਦੇ ਕਹਿ ਦਿੰਦਾ ਵੀ ਇਹ ਮਾੜੀ ਹੈ, ਤਾਂ ਨਹੀਂ ਲੈਂਦਾ। ਆਪਦੀ ਮਨ ਮਰਜ਼ੀ ਕਰਦਾ, ਉਹ ਭਾਅ ਦੀ ਵੀ, ਤੋਲ ਦੀ ਵੀ, ਫਸਲ ਲੈਣ ਦੀ ਵੀ। ਇਸੇ ਤਰ੍ਹਾਂ ਹੀ ਜੇ ਉਹ ਆਪ ਆ ਕੇ ਖੇਤੀ ਕਰਾਉਂਦਾ, ਉਹਦਾ, ਸਾਡੀ ਅੱਖ ਹੈ ਜ਼ਮੀਨਾਂ ਤੇ, ਇਸ ਜ਼ਮੀਨਾਂ ਤੇ ਅੱਖ ਕਰਕੇ ਉਹ ਚਾਹੁੰਦਾ ਵੀ ਇਹ ਸਾਰੀ ਜ਼ਮੀਨ ਛੱਡ ਜਾਣ, ਇਹ ਘਾਟੇ ਵਾਲਾ ਸੌਦਾ ਰਹੇ। ਵੈਸੇ ਤਾਂ ਖੇਤੀ ਸਾਰੀ ਦੁਨੀਆ 'ਚ ਘਾਟੇ ਵਾਲਾ, ਜਿੱਥੇ ਜਿੱਥੇ ਵਿਕਸਿਤ ਮੁਲਕਾਂ ਦੀ ਉਦਾਹਰਨ ਦਿੰਦੇ ਨੇ, ਉੱਥੇ ਹਜ਼ਾਰਾਂ ਏਕੜ ਦੇ ਫਾਰਮ ਵੀ ਘਾਟੇ ਚੱਲ ਰਹੇ ਨੇ, ਪਰ ਉਹਨਾਂ ਦੀਆਂ ਸਰਕਾਰਾਂ ਨੂੰ ਬਹੁਤ ਪੈਸਾ ਦਿੰਦੀਆਂ ਨੇ, ਤਾਂ ਕਰਕੇ ਉਹ ਖੇਤੀ ਚੱਲ ਰਹੀ ਹੈ। ਸਾਡੇ ਉਹ ਵੀ ਨਹੀਂ ਹੈ। ਸੋ ਅੱਜ ਸਾਡਾ ਜਿਹੜਾ ਮਾੜਾ ਮੋਟਾ ਕੋਈ ਰਹਿ ਗਿਆ ਸੀ ਕਿ ਅਸੀਂ ਫਿਰ ਵੀ ਆਪਦੀ ਫਸਲ ਦੇ ਆਪ ਮਾਲਕ ਸੀਗੇ, ਉਹ ਵੀ ਅੱਜ ਤੌਰ ਤਰੀਕੇ ਜਿਹੜੇ ਮਾੜਾ ਮੋਟਾ ਉਹਨੂੰ ਸਮਰਥਨ ਸੀਗਾ, ਸਪੋਰਟ ਸੀਗਾ, ਉਹ ਵੀ ਆ ਖੇਤੀ ਕਾਨੂੰਨਾਂ ਰਾਹੀਂ ਖੋ ਰਹੇ ਸੀ। ਇਸ ਕਰਕੇ ਸਾਡਾ ਕਿਸਾਨ ਹੈ ਜਿਹੜਾ, ਉਹ ਜਿਹੜਾ ਤੁਸੀਂ ਕਿਹਾ ਸਾਲ ਤੋਂ ਤਾਂ ਹੁਣ ਸਿੰਘੂ ਬਾਰਡਰ ਤੇ ਹੋਣ ਵਾਲਾ ਹੋ ਗਿਆ। ਉਦੋਂ ਪਹਿਲਾਂ 4-3 ਮਹੀਨੇ ਇੱਥੇ ਵੀ ਉਹਨਾਂ ਨੇ ਸਟਰਗਲ ਕਰਿਆ। ਇੱਥੇ ਵੀ ਪੈਟਰੋਲ ਪੰਪਾਂ ਦੇ ਉੱਤੇ, ਟੋਲ ਪਲਾਜ਼ਿਆਂ ਦੇ ਉੱਤੇ, ਪਾਵਰ ਪਲਾਂਟਾਂ ਦੇ ਉੱਤੇ, ਤੇ ਜੇ ਆਪਾਂ ਕਹੀਏ ਇਹਨਾਂ ਦੇ ਸਾਈਲੋ ਦੇ ਉੱਤੇ ਘੇਰੇ ਹੋਏ ਸੀਗੇ। ਸੋ ਕਿਸਾਨ ਕਹਿੰਦੇ ਮਰਦਾ ਕੀ ਨਾ ਕਰਦਾ। ਇਹ ਸੱਚੀ ਮੁੱਚੀ ਕਿਸਾਨੀ ਨੇ ਸ਼ੁਰੂ 'ਚ, ਭਾਵੇਂ ਕਿਸਾਨੇ ਦੇ ਅੰਦੋਲਨ ਸੀ, ਉਹਨਾਂ ਨੇ ਮਰਦਿਆਂ ਅੱਕ ਚੱਬਿਆ। ਪਰ ਜਿਹੜਾ ਇੱਕ ਤੀਜਾ ਬਿਰਧ ਸੀ, ਜਿਹੜਾ ਕੇਵਲ ਕਿਸਾਨੀ ਨੂੰ ਸਮਝ ਆਇਆ, ਉਹ ਹੈਗਾ ਹਰੇਕ ਦੇ ਢਿੱਡ ਤੇ ਲੱਤ ਮਾਰਨ ਵਾਲਾ। ਇਹ ਸਭ ਤੋਂ ਵੱਡੀ ਗੱਲ ਹੈ ਕਿਸਾਨੀ ਅੰਦੋਲਨ 'ਚ, ਇਸੇ ਕਰਕੇ ਪੰਜਾਬ ਸਾਰਾ ਸ਼ਾਮਲ ਹੈ। ਕੱਲ ਮੈਂ ਕਈ ਇੱਥੇ ਦੇਖ ਰਿਹਾ ਸੀ, ਇੱਥੇ ਜਿੱਥੇ ਮੈਂ ਰਹਿਣਾ, ਕਾਫੀਆਂ ਨੇ ਦੀਵਾਲੀ ਨਹੀਂ ਬਣਾਈ ਹੋਈ ਸੀ ਪਰਸੋਂ, ਤੇ ਵੀ ਇਹ ਸਾਡੀ ਕਾਹਦੀ ਦੀਵਾਲੀ ਹੈ। ਮਤਲਬ ਕਿ ਕਾਰਨ ਉਹਦਾ ਇਹੀ ਸੀ ਬਣਿਆ ਹੋਇਆ ਕਿ ਜਿਹੜੇ ਬੰਦਿਆਂ ਨੇ ਸਾਨੂੰ ਸਾਡਾ ਹੱਕ ਦੇਣਾ ਸੀ, ਉਹਨਾਂ ਨੇ ਸਾਡੇ ਤੋਂ ਸਾਡਾ ਹੱਕ ਖੋੜਿਆ। ਉਹ ਹੱਕ ਖੋਏ ਜਾਣ ਕਰਕੇ ਅਸੀਂ ਬਿਮਾਰ ਵੀ ਜ਼ਿਆਦਾ ਹੁੰਦੇ ਹਾਂ। ਬਿਮਾਰ ਹੋਣ ਤੇ ਸਾਡਾ ਇਲਾਜ ਵੀ ਨਹੀਂ ਹੁੰਦਾ, ਫਿਰ ਉਹ 'ਚ ਦਵਾਈਆਂ ਘਟੀਆ ਮਿਲਦੀਆਂ ਨੇ, ਹਸਪਤਾਲ ਮਹਿੰਗੇ ਨੇ। ਇਸੇ ਤਰ੍ਹਾਂ ਸਾਨੂੰ ਪੜ੍ਹਾਈ ਮਿਲਦੀ ਵੀ ਨਹੀਂ। ਜੇ ਪੜ੍ਹਾਈ ਦਿੰਦੇ ਨੇ ਤਾਂ ਉਹ ਘਟੀਆ ਦਿੰਦੇ ਨੇ, ਕੁਆਲਿਟੀ ਉਹਦੀ ਮਾੜੀ ਹੈ। ਸਾਡਾ ਬੱਚਾ ਫਿਰ ਕਹਿੰਦੇ ਜੇ ਤਾਂ ਇਹਦੀ ਤਾਂ ਨੌਕਰੀ ਮਿਲ ਹੀ ਨਹੀਂ ਸਕਦੀ, ਇਹਨੂੰ ਤਾਂ ਆਉਂਦਾ ਕੁਛ ਨਹੀਂ। 8ਵੀਂ ਦੇ ਬੱਚੇ ਨੂੰ ਕੁਛ ਨਹੀਂ ਆਉਂਦਾ, 10ਵੀਂ ਦੇ ਨੂੰ ਕੁਛ ਨਹੀਂ ਆਉਂਦਾ, MA ਪਾਸ ਨੂੰ ਨਹੀਂ ਆਉਂਦਾ। ਸੋ ਸਾਡੇ ਸਾਰੇ ਪਾਸੇ ਜਿਹੜਾ ਕੁਛ ਵੀ ਸਾਡੇ ਕੋਲ ਸੀਗਾ, ਉਹਨੂੰ ਖਰਾਬ ਕਰਕੇ, ਉਹਨੂੰ ਮਾੜਾ ਕਹਿ ਕੇ, ਤੇ ਜਿਹੜੇ ਸਾਡੇ ਆਮਦਨ ਦੇ ਸਾਧਨ ਸੀ ਹੋਰ, ਜਿਹੜਾ ਜਿਹਨੂੰ ਕਹਿੰਦਾ ਰਹਿੰਦ ਖੂੰਹਦ, ਉਹ ਰਹਿੰਦ ਖੂੰਹਦ ਦੇ ਉੱਤੇ ਵੀ ਅਟੈਕ ਕਰਤਾ, ਹਮਲਾ ਕਰਤਾ। ਹੁਣ ਮੈਨੂੰ ਬੜੀਆਂ ਫੈਕਟਰੀਆਂ ਫੀਡ ਦੀਆਂ ਬੰਦ ਹੋ ਗਈਆਂ, ਪਸ਼ੂ ਫੀਡ ਦੀਆਂ। ਉਹਦਾ ਕਾਰਨ ਵੱਡਾ ਇਹ ਹੋਇਆ ਕਿ ਕਿਉਂਕਿ ਇਹਨਾਂ ਨੇ ਕਹਿਤਾ ਗਊ ਨੂੰ ਤਾਂ ਤੁਸੀਂ ਉੱਧਰ ਭੇਜਣਾ ਨਹੀਂ ਕਿਤੇ। ਸੋ ਜਦੋਂ ਦੁੱਧ ਦੇਣੋਂ ਹਟ ਗਈ ਤੇ ਫੰਡਰ ਹੋ ਗਈ, ਉਹ ਗਊ ਨੂੰ ਕੀ ਕਰੇਗਾ, ਕੋਈ ਕਿਵੇਂ ਰੱਖੇਗਾ? ਤੇ ਉਹ ਕਹਿੰਦਾ ਵੀ ਤੂੰ ਪਾਲ ਇਸ ਨੂੰ। ਮਾਂ ਕਿਸੇ ਹੋਰ ਨੇ ਬਣਾ ਰੱਖੀ ਹੈ, ਪਾਲਣ ਦੀ ਜ਼ਿੰਮੇਵਾਰੀ ਕਿਸੇ ਹੋਰ ਤੇ ਦਿੰਦਾ। ਉਹ ਕਹਿੰਦਾ ਭਾਈ ਤੇਰੀ ਮਾਂ, ਤੂੰ ਲੈ ਜਾ ਫਿਰ। ਉਹ ਕਹਿੰਦਾ ਨਾ, ਦੁੱਧ ਤਾਂ
ਹੁਣ ਜੇ ਤੁਸੀਂ ਇਹ ਕਰੋਗੇ ਸਾਰਾ ਕੁਛ ਤਾਂ ਕਿਸਾਨ ਨੇ ਮਰਨਾ ਹੀ ਮਰਨਾ ਹੈ, ਮਜ਼ਦੂਰ ਨੇ ਮਰਨਾ ਹੀ ਮਰਨਾ ਹੈ, ਹਰੇਕ ਬੰਦੇ ਨੂੰ ਰੋਟੀ ਮਿਲਣੋਂ ਹਟੇਗੀ। ਸੋ ਇਸ ਕਰਕੇ ਜਿਹੜਾ ਅੰਦੋਲਨ ਹੈ, ਇਹਨੂੰ ਜੇ ਆਪਾਂ ਬੜਾ ਸੀਮਿਤ ਸ਼ਬਦਾਂ 'ਚ ਕਹਿਣਾ ਹੋਵੇ, ਇਹ ਅੰਦੋਲਨ ਚਾਹੇ ਕਿਸਾਨਾਂ ਨੇ ਸ਼ੁਰੂ ਕਰੇ ਸੀ, ਅੱਜ ਪੰਜਾਬ ਦੇ ਤਾਂ ਖਾਸ ਕਰਕੇ ਸਾਰੇ ਇਹਦੇ 'ਚ ਸ਼ਾਮਲ ਨੇ। ਕੁਛ ਖਾਸ ਜਿਹੜੇ ਬਹੁਤ ਹੀ ਕਹਿ ਲਓ ਦਕਿਆਨੂਸੀ ਜਾਂ ਕਹਿ ਲਓ ਕਿਸੇ ਖਾਸ ਵਿਸ਼ੇਸ਼ ਪਾਰਟੀ ਨਾਲ ਹੀ ਜੁੜੇ ਹੋਏ ਨੇ, ਉਹੋ ਹੀ ਨਹੀਂ ਇਸ ਦੇ ਵਿੱਚ ਸਮਰਥਨ 'ਚ, ਨਹੀਂ ਤਾਂ ਵਪਾਰੀ, ਆੜ੍ਹਤੀਆ, ਪੱਲੇਦਾਰ, ਢੋ ਢੁਆਈ ਵਾਲਾ, ਢਾਬੇ ਵਾਲਾ, ਸਾਰੇ ਜੁੜੇ ਹੋਏ ਨੇ। ਔਰਤਾਂ, ਮਰਦ, ਨੌਜਵਾਨ, ਬਜ਼ੁਰਗ, ਕਿਸਾਨ, ਦੁਕਾਨਦਾਰ ਸਭ ਜੁੜੇ ਹੋਏ ਨੇ। ਇਸੇ ਤਰ੍ਹਾਂ ਇਹ ਅੰਦੋਲਨ ਇਕੱਲਾ ਪੰਜਾਬ ਦਾ ਤਾਂ ਹੁਣ ਰਿਹਾ ਨਹੀਂ, ਆਪਾਂ ਨੂੰ ਪਤਾ ਹੀ ਹੈ ਹਰਿਆਣਾ, ਯੂਪੀ, ਇਹ ਤਾਂ ਆਮ ਹੀ ਹੋ ਗਏ। ਹੁਣ ਤਾਂ ਬਿਹਾਰ ਤੋਂ, ਕੱਲ੍ਹ ਉੜੀਸਾ ਦੀਆਂ ਕੁੜੀਆਂ ਉੱਥੇ ਗੀਤ ਗਾ ਰਹੀਆਂ ਸੀ, ਪਰਸੋਂ ਬਿਹਾਰ ਤੇ ਬੰਗਾਲ ਦੀਆਂ ਕੁੜੀਆਂ ਆ ਕੇ ਗੀਤ ਗਾ ਰਹੀਆਂ ਸੀ, ਕਦੇ ਤਾਮਿਲਨਾਡੂ ਦੇ ਆ ਕੇ ਗਾ ਰਹੇ ਹੁੰਦੇ ਨੇ, ਕਿਤੇ ਕੇਰਲਾ ਦਾ ਬੰਦਾ ਆ ਕੇ ਗੀਤ ਗਾ ਰਿਹਾ ਹੈ। ਸੋ ਉਹਦੇ ਵਿੱਚੋਂ ਪਤਾ ਲੱਗਦਾ ਹੈ ਕਿ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ, ਤੇ ਇਸੇ ਅੰਦੋਲਨ ਦੇ ਕਾਰਨ ਬੀਜੇਪੀ ਜਿਹੜੀ ਹੈ ਉਹਨੂੰ ਆਪਾਂ ਦੇਖਿਆ, ਜਿਹੜੀ ਹੋਈਆਂ ਨੇ ਜਿਮਨੀ ਚੋਣਾਂ, ਇਹ 'ਚ ਬੜੀ ਵੱਡੀ ਸੱਟ ਵੱਜੀ ਹੈ। ਹੁਣ ਉਹ ਸੱਟ ਨੂੰ ਕਿਵੇਂ ਕਰ ਰਹੇ ਨੇ ਬਹੁਤ ਸਾਰੇ ਅਰਥ ਸ਼ਾਸਤਰੀ, ਬਹੁਤ ਸਾਰਾ ਮੀਡੀਆ ਤੇ ਬੀਜੇਪੀ, ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਹਿੰਗਾਈ ਕਰਕੇ ਸੱਟ ਵੱਜੀ ਹੈ, ਕਿਸਾਨੀ ਅੰਦੋਲਨ ਕਰਕੇ ਨਹੀਂ ਵੱਜੀ। ਇਸ ਕਰਕੇ ਉਹਨਾਂ ਪੈਟਰੋਲ ਡੀਜ਼ਲ ਵੀ ਜਿਹੜਾ ਘਟਾਇਆ ਨਾ, ਬੜਾ ਉਹਨੂੰ ਐ ਸ਼ਿੰਗਾਰ ਰਹੇ ਨੇ ਵੀ ਦੇਖੋ ਇਹ ਮਹਿੰਗਾ, ਇਹ ਠੀਕ ਹੈ ਮਹਿੰਗਾਈ ਕਰਕੇ ਵੀ ਸੱਟ ਵੱਜੀ ਹੈ, ਪਰ ਕਿਸਾਨੀ ਅੰਦੋਲਨ ਨੇ ਵੀ ਵੱਡੀ ਸੱਟ ਮਾਰੀ ਹੈ। ਕਿਉਂਕਿ ਜਦ ਬੰਗਾਲ ਦੀ ਚੋਣ ਹੋਈ ਹੈ, ਉਦੋਂ ਕਿਸਾਨੀ ਅੰਦੋਲਨ ਵੱਡਾ ਮੁੱਦਾ ਸੀ, ਉਦੋਂ ਮਹਿੰਗਾਈ ਐਡਾ ਵੱਡਾ ਮੁੱਦਾ ਬਣਿਆ ਨਹੀਂ ਸੀ ਜਿੱਦਾਂ ਹੁਣ ਬਣ ਗਿਆ। ਔਰ ਮਹਿੰਗਾਈ ਵੀ ਵੱਡਾ ਹੁਣ ਤਾਂ ਬਣ ਗਿਆ, ਇੱਕ ਲਖਤ ਹੀ ਵਧੀਆ ਪਿੱਛੇ। ਪਰ ਹੁਣ ਤਾਂ ਚੋਣਾਂ ਸੀਗੀਆਂ ਥੋੜ੍ਹੀਆਂ ਬਹੁਤੀਆਂ ਹੀ, ਉਦੋਂ ਬੰਗਾਲ ਦੀ ਤਾਂ ਐਡੀ ਵੱਡੀ ਚੋਣ ਸੀ, ਅਰੇ ਬੀਜੇਪੀ ਨੇ ਪੂਰੀ ਤਾਕਤ ਝੋਕੀ ਹੋਈ ਸੀ ਉੱਥੇ। ਸੋ ਇਸ ਕਰਕੇ ਕਿਸਾਨੀ ਅੰਦੋਲਨ ਦਾ ਆਪਣਾ ਇੱਕ ਪ੍ਰਭਾਵ ਹੈ। ਅੱਜ ਕਿਸਾਨੀ ਅੰਦੋਲਨ ਨਾਲ ਬਹੁਤ ਸਾਰੇ ਜਿਹੜੇ ਆਪਾਂ ਕਹਾਂਗੇ ਸਹੀ ਸੋਚ ਵਾਲੇ ਬੰਦੇ ਨੇ, ਉਹਨਾਂ ਦੀਆਂ ਸ਼ੁਭ ਇਛਾਵਾਂ ਨਾਲ ਜੁੜੀਆਂ ਹੋਈਆਂ ਨੇ। ਉਹ ਹਰ ਵਕਤ ਦੁਆਵਾਂ ਕਰਦੇ ਨੇ ਵੀ ਯਾਰ ਇਹ ਜਿੱਤ ਕੇ ਆਉਣ। ਇਹ ਹਾਲ ਹੈ। ਦੂਜੇ ਪਾਸੇ ਜਿਹੜੀ ਸਰਕਾਰ ਹੈ, ਇਹਨੂੰ ਤੋੜਨ ਵਾਸਤੇ ਹੁਣ ਤੁਹਾਨੂੰ ਪਤਾ ਅੱਗਾਂ ਲੱਗੀਆਂ ਨੇ ਉੱਥੇ। ਇਹ ਅੱਗਾਂ ਐਵੇਂ ਨਹੀਂ ਲੱਗੀਆਂ ਟਰਾਲੀਆਂ ਨੂੰ ਤੇ ਝੌਂਪੜੀਆਂ ਨੂੰ, ਇਹ ਕਈ ਵਾਰੀ ਲੱਗ ਚੁੱਕੀਆਂ। ਇਹ ਐਂ ਥੋੜ੍ਹਾ ਲੱਗ ਜਾਂਦੀਆਂ ਨੇ। ਲੋਕ ਤਾਂ ਝੌਂਪੜੀਆਂ 'ਚ ਰਹਿੰਦੇ, ਉੱਥੇ ਨਹੀਂ ਅੱਗਾਂ ਲੱਗਦੀਆਂ। ਅੱਗਾਂ ਕਦ ਲੱਗਦੀਆਂ ਨੇ? ਜਿੱਥੇ ਕੋਈ ਕਲੋਨੀ ਵਸੀ ਹੋਈ ਹੈ ਝੌਂਪੜੀਆਂ ਵਾਲਿਆਂ ਦੀ, ਉਹਨੂੰ ਅੱਗ ਇਸ ਕਰਕੇ ਲੱਗਦੀ ਆ ਵੀ ਉੱਥੇ ਜ਼ਮੀਨ 'ਤੇ ਕਬਜ਼ਾ ਕਰਨਾ ਹੁੰਦਾ ਹੈ। ਫਿਰ ਕਹਿੰਦੇ ਇੱਥੇ ਅੱਗ ਲੱਗ ਗਈ, ਹੁਣ ਇਹਨੂੰ ਕਲੋਨੀ ਨੂੰ ਇੱਥੋਂ ਚੁੱਕ ਲਓ, ਹੋਰ ਕਿਤੇ ਇਹਨਾਂ ਨੂੰ ਦੇ ਦਿਓ ਜਗ੍ਹਾ ਮਾੜੀ ਮੋਟੀ। ਇਸੇ ਤਰ੍ਹਾਂ ਹੀ ਜਿਹੜੀਆਂ ਇਹ ਅੱਗਾਂ ਲੱਗਦੀਆਂ ਨੇ, ਜਿਹੜੀਆਂ ਸ਼ੈਤਾਨੀਆਂ ਹੁੰਦੀਆਂ ਨੇ, ਜਿਹੜੇ ਗੱਡੀਆਂ ਥੱਲੇ ਦਰੜੇ ਜਾਂਦੇ ਨੇ, ਜਿਹੜੇ ਉੱਥੇ ਹੋਰ ਸਾਜ਼ਿਸ਼ਾਂ ਕਰੀਆਂ ਜਾਂਦੀਆਂ ਨੇ, ਸਾਡੇ ਸਾਹਮਣੇ ਆਈ ਜਾਂਦੀਆਂ ਨੇ ਰੋਜ਼ ਦਿਨ ਬ ਦਿਨ, ਉਹ ਸਾਰੀਆਂ ਸਾਜ਼ਿਸ਼ਾਂ ਸਰਕਾਰ ਕਰ ਰਹੀ ਹੈ। ਠੀਕ ਕਿਹਾ ਤੁਸੀਂ ਵੀ ਮੋਦੀ ਸਰਕਾਰ ਜਿਹੜੀ ਹੈ ਇਹ ਆਪਣੀ ਜਿੱਦ ਤੇ ਅੜੀ ਹੋਈ ਹੈ। ਜਿੱਦ ਦੇ ਨਾਲ ਨਾਲ ਇਹ ਹਿੰਦੂਤਵਾ ਜਿਹੜੀਆਂ ਫੋਰਸਿਸ ਨੇ, ਜਿਹੜੀਆਂ ਹਿੰਦੂ ਬ੍ਰਾਹਮਣਵਾਦੀ ਸ਼ਕਤੀਆਂ ਨੇ, ਉਹ ਹਿੰਦੂਤਵਾ ਫੋਰਸਿਸ ਨੂੰ, ਸ਼ਕਤੀਆਂ ਨੂੰ ਤਕੜਾ ਕਰਨ ਵਾਸਤੇ ਕਿ ਵੀ ਆਹ ਦੇਖੋ ਸਿੱਖ ਤੁਹਾਡੇ ਉੱਤੇ ਆ ਜਾਣਗੇ। ਹੁਣ ਕੈਪਟਨ ਅਮਰਿੰਦਰ ਸਿੰਘ ਵੀ ਕਹਿਣ ਲੱਗ ਗਿਆ ਵੀ ਇੱਥੇ ਤਾਂ ਡਰੋਨ ਜਾਂ ਪਾਕਿਸਤਾਨੀ ਆ ਜਾਣਗੇ ਜਾਂ ਸਿੱਖ ਖਾਲਿਸਤਾਨੀ ਆ ਜਾਣਗੇ। ਰੋਜ਼ ਇੱਥੇ ਕੋਈ ਨਾ ਕੋਈ ਬਿਆਨ ਇਹ ਜਿਹੇ ਆ ਜਾਂਦੇ ਨੇ। ਕਿਤੇ ਆ ਜਾਂਦਾ ਜੀ ਖਾਲਸੇ ਨੇ ਐਂ ਕਰਤਾ, ਕਿਤੇ ਆ ਜਾਂਦਾ ਉਹਨਾਂ ਨੇ ਫਲਾਣ ਤਾਂ ਬੇਅਦਬੀ ਕਰਤੀ। ਹੁਣ ਤੁਸੀਂ ਜੇ ਦੇਖੋਗੇ ਪੰਜਾਬ ਦੀਆਂ ਚੋਣਾਂ ਜਦ ਆਈਆਂ ਦੀਆਂ, ਜ਼ਿਆਦਾ ਪਹਿਲਾਂ ਪ੍ਰਚਾਰ ਸ਼ੁਰੂ ਹੋ ਗਿਆ, ਹਾਲਾਂਕਿ ਚੋਣਾਂ ਤਾਂ ਹੋਰ ਜਗ੍ਹਾ 'ਤੇ ਹੀ ਨੇ, ਉਦੋਂ ਦੀ ਇੱਥੇ ਡਰੋਨ ਆਉਣ ਲੱਗ ਗਏ, ਉਦੋਂ ਦੀ ਇੱਥੇ ਪੈਟਰੋਲ ਬੰਬ ਆਉਣ ਲੱਗ ਗਏ, ਉਦੋਂ ਦੀ ਇੱਥੇ ਟਿਫਨ ਬੰਬ ਆਉਣ ਲੱਗ ਗਏ, ਉਦੋਂ ਦੀ ਇੱਥੇ ਮੋਡਿਊਲ ਲੱਭਣ ਲੱਗ ਗਏ, ਉਦੋਂ ਦੀ ਇੱਥੇ ਬੇਅਦਬੀ ਦੀਆਂ ਘਟਨਾਵਾਂ ਵੱਧ ਗਈਆਂ। ਉਸੇ ਦਿਨ ਤੋਂ ਜਿਹੜੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਾਲੇ ਨੇ ਉਹ ਜ਼ਿਆਦਾ ਤਕੜੇ ਹੋ ਗਏ, ਜਿਵੇਂ ਪਹਿਲਾਂ ਉਹ ਚਾਹੇ ਸੁੱਤੀ ਪਏ ਹੋਏ ਹੋਣ। ਸੋ ਉਸੇ ਦਿਨ ਤੋਂ ਰੂਸਾ ਆਲਮ ਦਾ ਹੁਣ ਜਿਹੜਾ ਝਗੜਾ ਖੜਾ ਕਰਿਆ, ਉਹ ਇਹ 4.5 ਸਾਲ ਤੋਂ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਸੀ, ਹੁਣ ਉਹ ਖੜਾ ਕਰਤਾ ਕਿਸੇ ਨੇ। ਸੋ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਭੰਗੂ ਸਾਹਿਬ, ਇਹ ਸਾਰਾ ਸਾਧ ਦੀ ਭੂਰੀ ਤੇ ਇਕੱਠ ਹੈ। ਜਾਣੀ ਕਿ ਜਿਹੜਾ ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ, ਜਿਹੜਾ ਮਜ਼ਦੂਰ ਮਿੱਟੀ ਨਾਲ ਮਿੱਟੀ ਹੋ ਕੇ ਪੈਦਾ ਕਰ ਰਿਹਾ ਅੰਨ, ਉਹਦੇ ਉੱਤੇ ਇਹ ਹੈ ਕਿ ਹੁਣ ਉਹਦੀਆਂ ਜਿਹੜੀ ਅਸਾਸੇ ਨੇ ਉਹਨਾਂ ਤੇ ਕਬਜ਼ਾ ਕਰਨਾ ਹੈ। ਇਸ ਨੂੰ ਦੂਜੇ ਪੱਖੋਂ ਜਦ ਅਸੀਂ ਦੇਖਦੇ ਹਾਂ, ਇਸ ਅੰਦੋਲਨ ਨੇ ਦੇਸ਼ ਨੂੰ, ਜਿਵੇਂ ਤੁਸੀਂ ਪਹਿਲਾਂ ਕਿਹਾ, ਮੋਦੀ ਦੇ ਅਗਨ ਰੱਥ ਨੂੰ ਇਹ ਨਹੀਂ ਨੱਥ ਪਾਈ ਹੈ, ਹੋਰ ਕੋਈ ਨਹੀਂ ਪਾ ਸਕਿਆ ਸੀ। ਸ਼ਹੀਨ ਬਾਗ ਦੇ ਅੰਦੋਲਨ ਨੇ ਕਾਫੀ ਅਸਰ ਕਰਿਆ, ਪਰ ਉਹਨੂੰ ਖਲੇਟਤਾ ਇਹਨਾਂ ਨੇ। ਔਰ ਕੱਲ੍ਹ ਵੀ ਜਿੱਤਿਆ ਨਵਾਜ਼ ਦੀ ਥਾਂ ਤੇ ਇਹਨਾਂ ਦਾ ਉਹੀ ਮਿਸ਼ਰਾ, ਉਹੀ ਜਿਹੜਾ ਜਾ ਕੇ ਕਹਿੰਦਾ ਸੀ ਗੋਲੀ ਮਾਰੋ ਸਾਲੋਂ ਕੋ, ਉਹੀ ਜਾ ਕੇ ਫੇਰ ਉੱਥੇ ਨਮਾਜ਼ ਦੀ ਬਜਾਏ ਉੱਥੇ ਹਵਨ ਕਰਦੇ ਨੇ ਉਸ ਸੜਕ ਤੇ ਵੀ ਅਸੀਂ ਐਂ ਸੜਕਾਂ ਨਹੀਂ ਰੋਕਣ ਦੇਣੀਆਂ ਜੀ। ਇਹ ਬਹਾਨੇਬਾਜ਼ੀਆਂ ਬਹੁਤ ਜ਼ਿਆਦਾ ਕਰ ਰਹੇ ਨੇ। ਇਹ ਆਪਣੀ ਪੀੜ੍ਹੀ ਥੱਲੇ ਨਾ ਸੁੱਟ, ਅਜੇ ਵੀ ਇਹ ਹੰਕਾਰ 'ਚ ਨੇ, ਹਾਲਾਂਕਿ ਅੰਦਰੋਂ ਟੁੱਟ ਰਿਹਾ। ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਅੰਦੋਲਨ ਦਾ ਸਿਰੜਾ ਹੈ, ਜਿਹੜੀ ਇਹਦੀ ਲੀਡਰਸ਼ਿਪ ਹੈ, ਜਿਹੜੀ ਉਹਦੀ ਸਿਆਣਪ ਹੈ,
ਉਹ ਇਸ ਅੰਦੋਲਨ ਨੂੰ ਸਿਰੇ ਲਾਏਗੀ। ਇੱਕ ਜ਼ਰੂਰ ਧਿਆਨ ਰੱਖਣਾ ਚਾਹੀਦਾ, ਇਹ ਰੋਜ਼ ਕੋਈ ਨਾ ਕੋਈ ਕਹਿ ਦਿੰਦੇ ਇਹ ਜੀ ਸਮਝੌਤਾ ਹੋਣ ਲੱਗਿਆ, ਇਹ ਛੇਤੀ ਹੋ ਜਾਣਾ ਜੀ, ਇਹ 4 ਦਿਨਾਂ ਨੂੰ ਹੋ ਜਾਣਾ, 6 ਦਿਨ, ਇਹ ਕੋਈ ਸਮਝੌਤਾ ਨਹੀਂ ਹੋ ਜਾਣਾ। ਟਕੈਤ ਸਾਹਿਬ ਨੇ ਤਾਂ ਇਹ ਕਹਿਤਾ ਵੀ 24 ਤੋਂ ਬਾਅਦ ਵੀ ਚੱਲੇਗਾ, ਇਹ ਜਿੰਨਾ ਚਿਰ ਸਰਕਾਰ ਹੁਣ ਬਦਲ ਨਹੀਂ ਹੋ ਪਾਊਗੀ। ਸੋ ਹੁਣ ਵੋਟ ਦੀ ਚੋਟ ਜ਼ਿਆਦਾ ਸਖਤੀ ਨਾਲ ਕਰਨੀ ਪਏਗੀ, ਤਾਂ ਕਿ ਇਹ ਜਿਹੜੇ 303 ਸੀਟਾਂ ਦੇ ਉੱਤੇ ਆਪਦਾ ਹੰਕਾਰ ਕਰਦੇ ਨੇ, ਚੇਤਨ ਵੀ ਰਹਿਣਾ ਪਊਗਾ। ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਦੁਬਾਰਾ ਮੁੜ ਆਪਣੀ ਨਵੀਂ ਨੀਤੀ ਘੜਨੀ ਪਏਗੀ ਥੋੜ੍ਹੀ ਜਿਹੀ, ਉਹਦੇ 'ਚ ਜਿੰਨੇ ਬਦਲਾਅ ਦੀ ਲੋੜ ਹੈ, ਤੇ ਮੁੜ ਕੇ ਇਸ ਅੰਦੋਲਨ ਨੂੰ ਵਿਸ਼ਾਲ ਕਰਨ ਵਾਸਤੇ ਉਹਨਾਂ ਨੇ ਕਹਿਤਾ ਵੀ ਅਸੀਂ 27 ਤਰੀਕ ਨੂੰ ਹੋ ਸਕਦਾ ਬੰਦ ਦੀ ਕਾਲ ਦਈਏ ਜਾਂ ਕੁਛ ਵੀ ਕਰੀਏ, ਉਹਦੇ ਵਿੱਚ ਇਹਨਾਂ ਨੂੰ ਆਪਦੇ ਅੰਦੋਲਨ ਨੂੰ ਹੋਰ ਤਕੜਾ ਕਰਨ ਦੀ ਲੋੜ ਪਏਗੀ। ਜੀ ਡਾਕਟਰ ਸਾਹਿਬ, ਇੱਕ ਸਵਾਲ ਮੈਂ ਤੁਹਾਡੇ ਕੋਲੋਂ ਹੋਰ ਲੈਣਾ ਚਾਹੂੰਗਾ ਸੰਖੇਪ ਦੇ ਵਿੱਚ। ਦੇਖੋ ਅੱਜ ਤੁਹਾਡਾ ਸਮਾਂ, ਤੁਹਾਡਾ ਸ਼ਡਿਊਲ ਤੁਹਾਡਾ ਬਿਜ਼ੀ ਹੈ, ਪਰ ਇੱਕ ਸੰਖੇਪ ਦੇ ਵਿੱਚ ਸਵਾਲ ਕਿ ਫਿਰ ਕਿਸਾਨ ਖੇਤੀ ਵਿੱਚੋਂ ਛੱਡ ਕੇ ਬਾਹਰ ਹੋ ਜਾਣ, ਕਿਸਾਨ ਖੁਦਕੁਸ਼ੀਆਂ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ, ਕਿਸਾਨਾਂ ਨੂੰ ਆਪਣੀ ਫਸਲਾਂ ਦਾ ਮੁੱਲ ਨਹੀਂ ਮਿਲਦਾ, ਸਰਕਾਰਾਂ ਬਾਂਹ ਨਹੀਂ ਫੜਦੀਆਂ, ਕਿਸਾਨ ਕਰਨ ਕੀ? ਨਹੀਂ, ਕਿਸਾਨ ਤਾਂ ਇਸੇ ਗੱਲ ਦੇ ਉੱਤੇ ਜਿਹੜੀ ਲੜਾਈ ਦੇ ਉੱਤੇ ਲੜ ਰਹੇ ਨੇ, ਕੋਆਪਰੇਟਿਵ ਬਣਾਉਣਗੇ ਅਲਟੀਮੇਟਲੀ। ਆਖਰਕਾਰ ਜਿਹੜਾ ਤਵਾਜ਼ਨ ਵਿਗੜਿਆ ਵੀ ਅਗਲੇ ਆਪਦੀਆਂ ਚੀਜ਼ਾਂ ਮਹਿੰਗੀਆਂ ਦਿੰਦੇ ਨੇ, ਅਸੀਂ ਉਹ ਕਹਾਂਗੇ ਅਸੀਂ ਤੁਹਾਡੀ ਚੀਜ਼ ਨਹੀਂ ਖਰੀਦਦੇ, ਅਸੀਂ ਆਪਦੀਆਂ ਉਰੇ ਕੋਆਪਰੇਟਿਵ ਫਾਰਮਿੰਗ ਜਿਹੜੀ ਹੈਗੀ ਹੈ ਨਾ, ਸਹਿਕਾਰੀ ਖੇਤੀ ਵੱਲ ਵਧਣਗੇ। ਸਹਿਕਾਰੀ ਚੀਜ਼ਾਂ 2-3 ਤੇ ਤੁਸੀਂ ਦੇਖੋ, ਜੇ ਵੇਰਕਾ ਦਾ ਦੁੱਧ ਹੈ, ਅੱਜ ਦੁੱਧ ਵਾਲੇ ਨੂੰ ਵੀ ਕੁਛ ਨਾ ਕੁਛ ਪੈਸੇ ਮਿਲ ਰਹੇ ਨੇ, ਤੇ ਦੂਜੇ ਨੂੰ ਵੀ ਇੰਨਾ ਮਹਿੰਗਾ ਨਹੀਂ ਮਿਲ ਰਿਹਾ, ਗਾਹਕ ਨੂੰ ਵੀ। ਇਸੇ ਤਰ੍ਹਾਂ ਹੀ ਵੇਰਕਾ ਡੇਅਰੀ ਹੈ, ਮਦਰ ਡੇਅਰੀ ਹੈ, ਆ ਇੱਥੇ ਹਰਿਆਣੇ ਦੀ ਬੀਟਾ ਡੇਅਰੀ ਹੈ। ਜਿੱਦੇ ਅਸੀਂ ਕੋਆਪਰੇਟਿਵ ਜਿਹੜੀ ਹੈਗੀ ਹੈ ਸਿਸਟਮ ਉਹਨੂੰ ਤਕੜਾ ਕਰ ਲਿਆ, ਇਸੇ ਕਰਕੇ ਤਾਂ ਸਰਕਾਰ ਨੇ ਕੋਆਪਰੇਟਿਵ ਦੇ ਉੱਤੇ ਜੀ ਹੁਣ ਆਪਦਾ ਭਾਰਤ ਸਰਕਾਰ ਕਾਨੂੰਨ ਬਣਾ ਰਹੀ ਹੈ, ਆਪਦੇ ਕਬਜ਼ੇ ਚਲਾ ਰਹੀ ਹੈ। ਜਿੱਦੇ ਕੋਆਪਰੇਟਿਵ ਖੇਤੀ ਹੋਣ ਲੱਗ ਗਈ ਆ, ਕਿਸਾਨਾਂ ਨੇ ਇੱਥੇ ਕਰਨ ਦੀ ਕੋਸ਼ਿਸ਼ ਕਰੀ ਸੀਗੀ, ਤੇ ਇਹ ਬਲਦ ਕਲਾਂ ਦੇ ਵਿੱਚ। ਸੋ ਜਿੱਦੇ ਕੋਆਪਰੇਟਿਵ ਖੇਤੀ ਤਕੜੀ ਹੁੰਦੀ ਜਾਏਗੀ, ਉਹਦੇ ਅਸੀਂ ਇਹਨਾਂ ਤੇ ਕੁਦਰਤੀ ਖੇਤੀ ਦੇ ਨੇੜੇ ਜਾਵਾਂਗੇ। ਮਾਨਾ ਵਾਲੇ ਸਾਰੇ ਕੁਦਰਤੀ ਖੇਤੀ ਕਰਦੇ ਨੇ, ਉਹ ਪਿੰਗਲਵਾੜਾ ਦੇ ਵਿੱਚ ਐਡਾ ਵੱਡਾ ਫਾਰਮ ਹੈ ਸਾਰਾ, ਉੱਥੋਂ ਉਹਨਾਂ ਦਾ ਪ੍ਰੋਡਿਊਸ ਹੁੰਦੀ ਹੈ। ਸੋ ਜਿੱਦੇ ਅਸੀਂ ਕੁਦਰਤੀ ਖੇਤੀ ਦੇ ਨੇੜੇ ਜਾਵਾਂਗੇ, ਉਹਦੇ ਭਾਰਤ ਨੂੰ ਪਤਾ ਲੱਗੇਗਾ। ਜਦੋਂ ਠੂਠਾ ਲੈ ਕੇ ਫਿਰੇਗਾ, ਜੇ ਹੰਕਾਰ ਹੈ ਭਾਰਤ ਨੂੰ ਵੀ ਅਸੀਂ ਸ਼ਾਇਦ ਪਤਾ ਨਹੀਂ ਕੀ ਕਰ ਲਾਂਗੇ, ਇਸੇ ਦੇਸ਼ ਨੂੰ ਪਤਾ ਲੱਗੇਗਾ ਜਿਹਦੇ ਠੂਠਾ ਲੈ ਕੇ ਮੁੜ ਕੇ ਜਾਣਗੇ, ਔਰ ਬਾਹਰ ਲੈਣੇ ਅੰਨ ਤੁਹਾਨੂੰ ਜਿਸ ਭਾਅ ਵਿੱਚ ਨਾ ਉਦੋਂ ਪਤਾ ਲੱਗੇਗਾ। ਸੋ ਇਸ ਕਰਕੇ ਕਿਸਾਨ ਜਿਹੜੇ ਨੇ, ਜਿਹੜੇ ਤੁਸੀਂ ਕਹਿੰਦੇ ਕਿੱਧਰ ਨੂੰ ਜਾਣਗੇ, ਕਿਸਾਨ ਆਪਦੇ ਘੋਲ ਨੂੰ ਪ੍ਰਚੰਡ ਕਰਨਗੇ, ਆਪਦਾ ਏਕਾ ਵਧਾਉਣਗੇ, ਉਹਦੇ ਵਿੱਚ ਦਲਿਤ ਨੌਨ ਦਲਿਤ ਦਾ ਸਵਾਲ ਹੋਰ ਖਤਮ ਕਰਨਗੇ, ਮਜ਼ਦੂਰ ਨੂੰ, ਦੁਕਾਨਦਾਰ ਨੂੰ, ਆੜ੍ਹਤੀਏ ਨੂੰ ਆਪਦੇ ਨਾਲ ਹੋਰ ਜ਼ਿਆਦਾ ਜੋੜਨਗੇ, ਤੇ ਇਕੱਠੇ ਹੋ ਕੇ ਕੋਆਪਰੇਟਿਵ ਫਾਰਮਿੰਗ, ਕੋਆਪਰੇਟਿਵ ਵੇ ਆਫ ਲਾਈਫ, ਜੀਵਨ ਸ਼ੈਲੀ ਜਿਹੜੀ ਹੈ ਉਹ ਸਹਿਕਾਰੀ ਬਣਾਉਣ ਦੀ ਵੱਲ ਨੂੰ ਵਧਣਗੇ, ਆਪਣੇ ਆਪ ਸਵੈ ਨਿਰਭਰ ਅਰਥਚਾਰਾ ਪੰਜਾਬ ਦਾ ਬਣਾਉਣਗੇ। ਬਿਲਕੁਲ ਡਾਕਟਰ ਸਾਹਿਬ, ਖੇਤੀ ਉਦੋਂ ਬਚ ਸਕਦੀ ਹੈ, ਕਿਸਾਨੀ ਉਦੋਂ ਬਚ ਸਕਦੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਮਿਲ ਜੁਲ ਕੇ ਕੰਮ ਕਰਨਗੇ। ਪਰ ਇਹ ਲੋਕਾਂ ਨੂੰ, ਸਾਡੇ ਲੋਕਾਂ ਨੂੰ ਵੀ ਜ਼ਰੂਰ ਸਮਝ ਆ ਜਾਣੀ ਗੱਲ ਚਾਹੀਦੀ ਹੈ ਕਿ ਇਹ ਰਾਜਨੀਤਿਕ ਧਿਰਾਂ 'ਚ ਜੋ ਵੰਡੇ ਹੋਏ ਨੇ, ਉਹ ਤੋਂ ਹਟ ਕੇ ਲੋਕਾਂ ਨੂੰ ਆਪਸੀ ਮਿਲ ਬੈਠ ਕੇ ਆਪਣੀ ਖੇਤੀ ਵਾਲੇ ਪਾਸੇ ਜੋ ਉਹਨਾਂ ਦਾ ਰੁਜ਼ਗਾਰ ਹੈ ਉਹਦੇ ਵਿਚਾਰ ਕਰਨਾ ਚਾਹੀਦਾ। ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਸਮਾਂ ਕੱਢਿਆ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚ ਅੱਜ, ਤੇ ਸਾਡੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੇ ਖੇਤੀ ਮਸਲੇ ਤੇ ਬੜਾ ਬਾਖੂਬੀ ਤੁਹਾਨੂੰ ਦੱਸਿਆ ਕਿ ਜੋ ਬੀਜੇਪੀ ਸਰਕਾਰ ਦਾ ਜੇਤੂ ਰੱਥ ਸੀ, ਜੋ ਆਪਣੇ ਆਪ ਨੂੰ ਜੇਤੂ ਸਮਝਦੇ ਸੀ ਕਿ ਸਾਨੂੰ ਕੋਈ ਜਿੱਤ ਨਹੀਂ ਸਕਦਾ, ਮੋਦੀ ਸ਼ਾਹ ਦੀ ਜੋੜੀ, ਉਸ ਜੇਤੂ ਰੱਥ ਨੂੰ ਜੋ ਨੱਥ ਪਾਈ ਹੈ ਉਹ ਕਿਸਾਨਾਂ ਨੇ ਪਾਈ ਹੈ। ਜੋ ਅੱਜ ਤੁਹਾਡੇ ਸਾਹਮਣੇ ਹੈ, ਬੀਜੇਪੀ ਸਰਕਾਰ ਦੇ ਜੋ ਹਾਲਾਤ ਬਣੇ ਹੋਏ ਨੇ, ਕਿੰਨੇ ਸੂਬਿਆਂ ਦੇ ਵਿੱਚ ਜਿਮਨੀ ਚੋਣਾਂ ਹੋਈਆਂ, ਬੀਜੇਪੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਹਾਰ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਬੀਜੇਪੀ ਸਰਕਾਰ ਕਹੀ ਜਾਵੇ ਸਾਨੂੰ ਮਹਿੰਗਾਈ ਕਰਕੇ ਹੋਇਆ, ਪਰ ਅੰਦੋਲਨ ਖੇਤੀ ਅਸਰ ਦਾ, ਇਸ ਮਾਮਲੇ ਦੇ ਵਿੱਚ ਜਾਣਕਾਰੀ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣ ਚੈਨਲ ਪੰਜਾਬੀ। ਧੰਨਵਾਦ।